ਅਸੀਂ ਇਹ ਸ਼ੁਰੂ ਕੀਤਾ। ਜੁਗਨੂ ਜੰਕਸ਼ਨ ਦਾ ਨਾਮ ਇਸ ਕਰਕੇ ਸੀਗਾ ਕਿ ਅਸੀਂ ਰਾਤ ਨੂੰ ਰੋਟੀ ਖਾ ਕੇ ਕਹਾਣੀਆਂ ਪੜ੍ਹਨੀਆਂ ਸ਼ੁਰੂ ਕਰਦੇ ਸੀਗੇ। ਇੱਕ ਇੱਕ ਕਹਾਣੀ 'ਤੇ ਚਰਚਾ ਹੁੰਦੀ ਸੀ ਅਤੇ ਸਵੇਰੇ 4-5 ਵਜੇ ਤੱਕ ਪ੍ਰੋਗਰਾਮ ਚੱਲਦਾ ਸੀਗਾ। ਸਾਰੀ ਰਾਤ ਜਾਗਦੇ ਸੀਗੇ, ਸੌਣ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ। ਸਵੇਰੇ ਲੋਕ ਆਪਣੇ ਠਿਕਾਣਿਆਂ 'ਤੇ ਆਪਣੇ ਸਮੇਂ ਅਨੁਸਾਰ ਜਿਹੜੀ ਬੱਸ ਮਿਲਦੀ ਸੀ ਉੱਥੇ ਚਲੇ ਜਾਂਦੇ ਸੀ। ਅਤੇ ਹੁਣ ਜੁਗਨੂ ਜੰਕਸ਼ਨ ਇਸ ਕਰਕੇ ਸੀਗਾ ਕਿ ਰਾਤ ਨੂੰ ਜੁਗਨੂ ਜਾਗਦੇ ਹੈ, ਰਾਤ ਨੂੰ ਜੁਗਨੂ ਹੁੰਦੇ ਹੈ, ਕੀਰਤੀ ਮੰਨਦੇ ਹੈ। ਛੋਟੀ ਵਿਧਾ ਹੋਣ ਕਰਕੇ ਇਸ ਨੂੰ ਜੁਗਨੂ ਦੇ ਸ਼ਬਦ ਇਸਤੇਮਾਲ ਕੀਤਾ ਗਿਆ। ਪਰ ਹੌਲੀ ਹੌਲੀ ਜਿਵੇਂ ਜਿਵੇਂ ਸਮੇਂ ਦਾ ਬਦਲਾਅ ਹੋਇਆ, 35-36 ਸਾਲ ਪਹਿਲਾਂ ਵੀ ਅਸੀਂ ਕਹਿ ਸਕਦੇ ਕਿ ਆਪਣੇ ਹਿਸਾਬ ਦੇ ਨਾਲ ਉਦੋਂ ਨੌਜਵਾਨ ਸੀ ਹੋਟਲਾਂ ਦੇ, ਹੋਰ ਵੀ ਨੌਜਵਾਨ ਹੈ ਹੋਟਲਾਂ ਦੇ, ਪਰ ਸਮੇਂ ਦੇ ਨਾਲ ਜਿਹੜੀ ਸੰਪਰਸਤਾ ਹੈ ਬਦਲਦੀ ਹੈ ਅਤੇ ਉਹ ਸਾਰੀ ਰਾਤ ਦਾ ਜਾਗਣ ਦਾ ਜੋ ਸਫ਼ਰ ਹੈ ਉਹ ਹੁਣ ਸਾਰੇ ਉਸੇ ਤਰੀਕੇ ਨਾਲ ਨਹੀਂ ਕਰ ਪਾਉਂਦੇ। ਮੈਂ ਕਹਿ ਸਕਦਾ ਹਜੇ ਉਸ ਸਮੇਂ ਦੇ ਸਾਡੇ ਸਾਥੀ ਜਿਹੜੇ ਆਪਾਂ ਇੱਥੇ ਬੈਠੇ ਹੈ ਉਹਨਾਂ ਵਿੱਚੋਂ ਦੀ ਰੰਜਨ ਬੁਆਏ ਹੈਗੇ ਹੈ ਜਿਹਨੇ 35-36 ਸਾਲ ਪਹਿਲਾਂ ਇਹ ਕੰਮ ਦੀ ਸ਼ੁਰੂਆਤ ਕੀਤੀ ਸੀ ਜਦੋਂ ਉਹ ਸਾਡੇ ਨਾਲ ਸੀ। ਉਸ ਤੋਂ ਬਾਅਦ ਹੌਲੀ ਹੌਲੀ ਨਵੇਂ ਲੋਕ ਵੀ ਆਉਂਦੇ ਗਏ, ਨਵੇਂ ਲੋਕ ਜੁੜਦੇ ਗਏ ਅਤੇ ਨਵੇਂ ਲੋਕਾਂ ਦੇ ਨਾਲ ਨਵੇਂ ਨਵੇਂ ਮਤਲਬ ਕਿ ਜਿਹੜੇ ਨੇ ਵਿਸ਼ਾ ਨੂੰ ਲੈ ਕੇ ਨਵੀਂ ਕਹਾਣੀ ਲਿਖੀ ਗਈ। ਅਤੇ ਜੁਗਨੂ ਜੰਕਸ਼ਨ ਦਾ ਇਹ ਫਾਇਦਾ ਹੋਇਆ ਕਿ ਅੱਜ ਪੰਜਾਬੀ ਦੀ ਮਿਲੀ ਕਹਾਣੀ ਜਿਸ ਪੜਾਅ 'ਤੇ ਪਹੁੰਚੀ ਹੈ ਉਹ ਸਿਰਫ ਮੈਂ ਕਹਿਣਾ ਉਹਨਾਂ ਜਿਹੜੀਆਂ ਸੀਗੀਆਂ ਆਉਣ ਵਾਲੇ ਸਾਲਾਂ ਦੇ ਵਿੱਚ ਚਰਚਾਵਾਂ ਕਰਦੇ ਹੋਏ ਹੈ। ਉਹੀ ਚਰਚਾ ਅਸੀਂ ਅੱਜ ਦੁਬਾਰਾ ਫਿਰ ਕਰਨ ਜਾ ਰਹੇ ਹਾਂ, ਜਿਸ ਦਾ ਕਿਹਾ ਗਿਆ ਕਿ ਕੋਈ ਫਿਰ ਜੋ ਦੁਬਾਰਾ ਇਹ ਨਵੇਂ ਤਰੀਕੇ ਨਾਲ ਕਹਾਣੀਆਂ ਪੜ੍ਹੀਆਂ ਗਈਆਂ। ਛੱਡੀ ਵੀ ਕਹਾਣੀ ਵੀ ਪੜ੍ਹਨ ਦਾ ਕਦੀ ਉਦਾਹਰਨ ਬਣਿਆ, ਜਿਹਦੇ ਲਈ ਸਭ ਲਈ ਫਿਰ ਪੜ੍ਹੀ ਗਈ। ਪਰ ਅੱਜ ਇਹ ਫੈਸਲਾ ਕੀਤਾ ਹੈ ਕਿ ਆਪਣੀ ਨਵੀਂ ਕਹਾਣੀ ਜਿਹੜੀ ਤੁਸੀਂ ਹਫ਼ਤਾ ਪਹਿਲਾਂ ਲਿਖੀ ਹੈ ਕਿਸੇ ਥਾਂ 'ਤੇ ਨਹੀਂ ਭੇਜੀ, ਫੇਸਬੁੱਕ 'ਤੇ ਵੀ ਨਹੀਂ ਪਾਈ, ਉਹ ਕਹਾਣੀ ਅੱਜ ਲਿਖੀ ਜਾਵੇ ਤਾਂ ਕਿ ਕੋਈ ਵੀ ਉੱਥੇ ਬਹਿਸ ਹੋਵੇ ਆਪਾਂ ਕਹਿ ਸਕੀਏ ਕਿ ਇਹ ਰਚਨਾ ਜਿਹੜੀ ਹੈਗੀ ਹੈ ਇਹ ਜਿਸ ਤਰ੍ਹਾਂ ਬਣ ਸਕਦੀ ਹੈ, ਇਸ ਤਰ੍ਹਾਂ ਹੋਰ ਦੁਨੀਆ ਬਣੂਗੀ ਜਿਹਦੇ 'ਚ ਆਪਾਂ ਇਹ ਘੱਟ ਕਰ ਦਈਏ, ਇਹ ਬੜਾ ਪਾ ਲਈਏ। ਜਿਸ ਤਰ੍ਹਾਂ ਗੱਲ ਕੀਤੀ ਸਾਨੂੰ ਤਾਂ ਬੜਾ ਐਕਸਪੀਰੀਅੰਸ ਹੋਇਆ ਤਾਂ ਬੱਚਿਆਂ ਦੇ ਵਿੱਚ ਅਸੀਂ ਜਾ ਕੇ ਦੱਸਦੇ ਸੀ ਪਹਿਲਾਂ ਵੀ ਯੂਨੀਕ ਕਹਾਣੀ ਕਿਵੇਂ ਲਿਖੀਏ, ਯੂਨੀਕ ਕਹਾਣੀ ਕੀ ਹੁੰਦੀ ਹੈ, ਯੂਨੀਕ ਕਹਾਣੀ ਕੀ ਗੁਣ ਹੁੰਦੇ ਹੈ, ਯੂਨੀਕ ਕਹਾਣੀ ਤੋਂ ਕਿਵੇਂ ਬਣਦੀ ਹੈ। ਕੱਲ ਇਹ ਗੱਲਾਂ ਵੀ ਕੀਤੀਆਂ ਪਰ ਅਸੀਂ ਬੱਚਿਆਂ ਨੂੰ ਪੁੱਛਿਆ ਕਿ ਕਿਹੜੇ ਯੂਨੀਕ ਕਹਾਣੀ ਜਾਂ ਕੋਈ ਵੀ ਸਾਹਿਤ ਜਿਹੜਾ ਰੁਚੀ ਰੱਖਦੇ ਨੇ ਉਹ ਖੜੇ ਹੋ। 12-13 ਬੱਚੇ ਸਾਹਮਣੇ ਆਏ ਜਿਹੜੇ ਕਈ ਤਰ੍ਹਾਂ ਦੇ ਲਿਖਦੇ ਹੋਣਗੇ, ਉਹਨਾਂ ਨੂੰ ਇਹਨੂੰ ਬਣਾ ਕੇ ਅਸੀਂ ਉਹਨਾਂ ਨੂੰ ਕਿਹਾ ਕਿ ਯੂਨੀਕ ਕਹਾਣੀ ਜੋ ਅੱਧੇ ਘੰਟੇ ਦਾ ਸਮਾਂ ਦਿੱਤਾ। ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਇਹਦੇ ਬੱਚਿਆਂ ਨੇ ਉਹਨਾਂ ਨੂੰ ਵਿਸ਼ਾ ਦਿੱਤਾ। ਵਿਸ਼ਾ ਮਤਲਬ ਨਹੀਂ, ਉਹਨਾਂ ਨੂੰ ਕਿਹਾ ਕਿ ਸਾਡੀ ਯੂਨੀਕ ਕਹਾਣੀ ਦੇ ਵਿੱਚ ਇੱਕ ਬੱਚਾ ਹੈ, ਇੱਕ ਮਾਂ ਹੈ, ਇੱਕ ਪਿਤਾ ਹੈ, ਇਹਨਾਂ ਤਿੰਨਾਂ ਨੂੰ ਤੁਸੀਂ ਆਪਸ ਦੇ ਵਿੱਚ ਜੋੜ ਕੇ ਇਹਨਾਂ ਕਹਾਣੀਆਂ ਨੂੰ ਬਣਾ ਕੇ ਆਪਣੇ ਆਪ ਦੀ ਕਹਾਣੀ ਬਣਾਈ ਹੈ। ਇਹਨਾਂ ਬੱਚਿਆਂ ਨੇ ਬਹੁਤ ਖੂਬਸੂਰਤ ਆਪਾਂ ਕਹਿ ਸਕਦੇ ਅੱਧੇ ਘੰਟੇ ਦੇ ਵਿੱਚ ਉਹਨਾਂ 3-4 ਆਪਣੀ ਆਪਸ ਦੀ ਖੇਡ ਸੀਗੀ। ਜਿਹੜਾ ਕਹਿਣ ਦਾ ਮਤਲਬ ਹੈ ਸਾਰੇ ਸਫਰ ਮਤਲਬ ਇਹ ਹੈ ਫਿਰ ਅਸੀਂ ਉਹ ਰਚਨਾਵਾਂ ਉਹਨਾਂ ਬੱਚਿਆਂ ਨੇ ਪੜ੍ਹੀਆਂ, ਫਿਰ ਅਸੀਂ ਉਹਦੇ 'ਤੇ ਗੱਲਬਾਤ ਕੀਤੀ ਅਤੇ ਬਹੁਤ ਬੱਚਿਆਂ ਨੇ ਬਹੁਤ ਵਧੀਆ ਕਿਵੇਂ ਪੜ੍ਹ ਸਕਦੀਆਂ ਨੇ, ਕਿੱਥੇ ਥੋੜ੍ਹਾ ਕੀ ਧਿਆਨ ਰੱਖਣ ਦੀ ਲੋੜ ਹੈ। ਕਈ ਸਾਰੀਆਂ ਗੱਲਾਂ ਅਸੀਂ ਅੱਗੇ ਦੇਖਭਾਲ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਦੇ ਆਏ ਹਾਂ। ਮੈਂ ਗੱਲ ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਸਾਡਾ ਇਹ ਗੱਲ ਨਹੀਂ ਹੈ। ਮੈਂ ਲੇਖਕ ਹਾਂ, ਮੈਂ ਆਲੋਚਕ ਨਹੀਂ ਹਾਂ। ਆਲੋਚਕ ਦੇ ਤੌਰ ਦੇ ਉੱਤੇ ਸਾਡੇ ਕੋਲ ਰੰਜਨ ਬੁਆ ਨੇ ਔਰ ਉਹ ਆਪ ਹੀ ਲੇਖਕ ਨੇ। ਜੇ ਸਹੀ ਤਰ੍ਹਾਂ ਲਿਖੇ ਪੰਜਾਬ ਸਿੰਘ ਵੱਡੇ ਉਹਨਾਂ ਨੇ ਬੇਨਤੀ ਕੀਤੀ ਹੈ, ਸਾਡੇ ਕੋਲ ਆਪਣੀ ਕਾਰਨ ਬੇਨਤੀ ਕੀਤੀ ਹੈ ਪੰਜਾਬੀ ਨੂੰ ਕੰਨ ਉੱਤੇ, ਪਰ ਫਿਰ ਵੀ ਇਹ ਦੋ ਹੀ ਲੇਖਕ ਨੇ ਸਾਰੇ ਰੋਈ ਆਲੋਚਕ ਨੇ। ਸਾਨੂੰ ਇਹ ਵੀ ਧਾਰਨਾ ਨਹੀਂ ਹੈ ਕਿ ਆਲੋਚਕ ਚਲੋ ਆਪ ਕਿੰਨੀ ਕਹਾਣੀ ਲਿਖਦਾ ਹੈ, ਕੋਈ ਵੀ ਜਿਹੜਾ ਲਿਖਦਾ ਹੈ, ਚਾਹੇ ਕੋਈ ਕਵੀ ਹੈ ਉਹ ਕਵਿਤਾ ਲਿਖਦਾ ਹੈ, ਫਿਰ ਰੋਜ਼ਗਾਰ ਕਰਦਾ ਹੈ, ਸੰਗੀ ਰੋਜ਼ਗਾਰ
ਕਹਾਣੀਆਂ ਦਾ ਗੀਤ ਹੋਵੇ। ਆਪਾਂ ਸਾਰੇ ਹੀ ਜਿਹੜੇ ਇੱਕ ਖਾਸ ਤੌਰ 'ਤੇ ਉਹ ਆਲੋਚਨਾ ਤੋਂ ਸਭ ਸਿੱਖ ਕੇ ਜਾਂਦੇ ਹੈ। ਉਹਨਾਂ ਦੀ ਆਪਣੀ ਰਚਨਾ ਜਿਹੜੀ ਹੈਗੀ ਹੈ ਉਹ ਉਹਨਾਂ ਦਾ ਰਹਿੰਦਾ ਹੈ ਕਿ ਮੈਂ ਦੱਸਾਂ ਉਹ ਸਿੱਖ ਕੇ ਸਭ ਹੀ ਗਈ ਹੈ। ਅੱਜ ਪੜ੍ਹਨੀ ਹੈ ਗਈ ਉਹ ਜਿੰਨਾ ਬੜਾ ਮਨ ਨਾ ਕਰੇ ਕਿ ਮੈਨੂੰ ਛੇੜਾ ਬੰਦ ਨੂੰ ਪਿਆਰੀ ਲੱਗ ਰਹੀ ਹੈ ਉਹ ਠੀਕ ਹੈ, ਪਰ ਇਹਦਾ ਇੱਕ ਫਾਇਦਾ ਹੁੰਦਾ ਹੈ ਕਿ ਤੁਸੀਂ ਆਪਣੀ ਰਚਨਾ ਕਰਨ ਵੇਲੇ ਅਚੇਤ ਮਨ ਦੇ ਜਦੋਂ ਪਈ ਹੋਊਗੀ ਤਾਂ ਆਪਣੇ ਆਪ ਨੂੰ ਵਧੀਆ ਰਚਨਾ ਲਿਖੀ ਜਾਊਗੀ। ਅਤੇ ਇਹ ਆਪਾਂ ਹੁਣੇ ਆਪਾਂ ਦੀ ਸ਼ੁਰੂਆਤ ਕਰਾਂਗੇ ਰਾਈਟਰ ਨਾਲ ਹੋਊਗੀ। ਅਤੇ ਤੁਸੀਂ ਸਾਰੇ ਪਹੁੰਚੇ, ਬਹੁਤ ਬਹੁਤ ਧੰਨਵਾਦ। ਅਤੇ ਪੱਤਰਕਾਰ ਦਾ ਮੇਰ ਸਾਹਿਬ ਖਾਸ ਤੌਰ 'ਤੇ ਮੈਂ ਇਹ ਵੀ ਕਹਿਣਾ ਕਿ ਇਹਦਾ ਧੰਨਵਾਦ ਉਹਨਾਂ ਨੇ ਇੱਥੇ ਆਯੋਜਿਤ ਕੀਤਾ। ਇਹ ਸ਼ੁਰੂ ਤੋਂ ਬਹੁਤ ਲੰਬੇ ਸਮੇਂ ਤੋਂ ਸਾਡਾ ਹਿੱਸਾ ਨੇ। ਜੇ ਮੈਂ ਕਹਾਂਗੇ ਇਹ ਪਹਿਲੀ ਸਿੱਖੀ ਸਾਹਿਬ ਪਹਿਲਾਂ ਸ਼ੁਰੂ ਕੀਤਾ ਆਪਣੇ ਮਹਿੰਦੀ ਸਾਹਿਬ ਹੈਗੇ ਨੇ जुड़े ने वो जोड़े ने वो भी साढ़े सफर के लोग जुड़े ने हरप्रीत राणा भी ने ये भी उन्होंने PhD की बाद ये भी लगभग मैंने सुना कि वो गुणवत्ता की हेगी है वो मिकदार नालों गिनती नालों बहुत महत्वपूर्ण है। इन्होंने बड़ा सारे का बहुत बहुत धन्यवाद। बहुत बहुत शुक्रिया डॉक्टर श्याम सुंदर बीपी जी। और मिनी कहानी के ऊपर वर्कशॉप क्यों लगाई जाती है, आलोचक की ने, लेखक की ने, ते साडा धर्म की है, असीं उस धर्म को किवें निभाउणा है। धर्म वो नहीं जिहड़ा किते जाके मत्था टेकण वाली गल, उसको मानवता का धर्म भी उसको निभाउणा किवें है, जिहड़े जिन्हां दे नाल तुसीं जुड़दे हो उसको समर्पित किवें होणे। वड्डियां गल्लां डॉक्टर श्याम सुंदर बीपी जी ने साडे नाल साझीਆਂ कीतियां ने। समय की इजाजत ते हुण असीं मैगजीन रिलीज समारोह करने जा रहे हैं। मैं बेनती करना जगदीश राय कलोनिया जी कि वो रस्म आप अदा करिए। पहला असी मिनी का जोड़ा अंक है उसको असीं रिलीज कर रहे हैं। मैं बेनती करना कि असीं सारे इकट्ठे होकर इतने हो जाइए तो इकट्ठी फोटो हो जाए। मैं इस गणेश नाम का और आए हुए सज्जनों का बड़ा धन्यवाद करता हूँ। थोड़े शब्दों में बड़ी गल प्रिंसीपल ए सी जिला कोटा है ये बारे बोलने तो पहला मैं 2 लाख इतिहास बारे बोलना चाहूँगा। सन 72, 73 या 74 का टाइम में हिंदी लघु कथा बारे एक गोष्ठी हुई 5 बंदे। वो 5 बंदे कौन सी ते उन्होंने उत्ते मैं विशेष तौर पर जी टिप्पणी की मांग करांगा मानयोग डॉक्टर श्याम सुंदर बीपी जी। ठीक है कि रचना का सिलेख भरोसा हैगा कि उन्होंने उस भरोसे की गल की तक बच्चे दे पर इसका मकसद की है ना मैं उस गल ज़्यादा मेरा फोकस है कि क्यों मैं कहनी चाहिए। ठीक है किसी मजारा से जाते हैं लोगों को मजारा से जानते फल भी मिलता है मिलता होगा उनके पीछे की मानसिकता है कि उनके पीछे की मैं कह सकता कि शरीर विज्ञान का मैं विद्यार्थी या मैडिकल का विद्यार्थी हाँ असी कारण लभते किसी भी बीमारी का फिर इलाज होता है जी। इस तरीके लोग जानते हैं बहुत भीड़ होती है मानसिक तौर पर तसल्ली होती है कि सच्ची मुची उन्होंने प्रभाव भी होता है। इसके बारे में सानू थोड़ा पता होना चाहिए है। मैं अक्सर गल करता कि कोई साथ जो देखते वो मशहूर होंगे मुंडा देने वास्ते भी इतने जाओ बाबे दे भी इतने मुंडा मिलूगा तो फिर जो उन्होंने मुराद पूरी हो जाती है फिर वो जाते हैं उत्थे मत्था टेकन तो उत्थे चुन्नी बन जाते हैं। तो थानू उत्थे जी लगी होगी बाजार लगे मेरी लगी होगी है या कोई पेपर लगे हो कोई भी वृक्ष हो तो थोड़ा भरया हुआ नजर आऊगा चुनिया के नाल। मैं एक थां ते लिखिया सीगा कि जिन्ने लोग इत्थे जाते हैं मत्था टेकन मुराद लैन के वास्ते मुंडे की जरूरी है एक रेशो है कि 50% मुंडे 50% कुड़ियाँ साडी कुदरत का नियम है। जे जिन्ने कुड़ी होंगी उत्थे लिखिया होवे भी जिन्ने मुंडा होवे वो चुन्नी बन जाए जिन्ने कुड़ी होवे कुड़ी खुल जाए थानू नहीं सिखाती मिलेगी। तो सानू उस थोड़ी विचारिक दृष्टिकोण को नाल रखना चाहिए। असं एक रचना कर रहे हैं पढ़नी है
ਜਿਹੜੀ ਹੈਗੀ ਹੈ ਇਹਦਾ ਮੈਸੇਜ ਕਿੱਥੇ ਜਾਊਗਾ। ਤਾਂ ਇਹ ਇੱਕ ਪਹਿਲੀ ਜਿਹੜੀ ਮੇਰੀ ਗੱਲ ਸੀਗੀ। ਦੂਸਰੀ ਜਿਹੜੀ ਸੀਗੀ ਧੀਆਂ ਦੇ ਤਰੀਕਾ ਜਿਹੜੀ ਕਰਨੀ ਹੈਗੀ ਹੈ ਉਹ ਵਾਤਾਵਰਨ ਨਾਲ ਸੰਬੰਧਿਤ ਹੈਗਾ, ਪਰ ਅਸੀਂ ਉਹਨੂੰ ਕੁੜੀਆਂ ਨਾਲ ਜੋੜ ਕੇ ਕਰ ਲਿਆ। ਉਹਦੀ ਪੇਸ਼ਕਾਰੀ ਦੇ ਵਿੱਚ ਕਲਾਤਮਕਤਾ ਲਿਆਉਣ ਦੀ ਲੋੜ ਹੈ, ਜਿਹੜੀ ਸੰਗਤ ਨੂੰ ਜੁੜਨ ਦੀ ਗੱਲ ਹੈਗੀ ਹੈ। ਇੱਕ ਆਮ ਮਤਲਬ ਕਿ ਆਪਾਂ ਨੂੰ ਲੱਗਦਾ ਕਿ ਅਸੀਂ ਕੰਪੈਰੀਜ਼ਨ ਕਰਨਾ ਕਿ ਧੀਆਂ ਦੇ ਤਰੀਕਾ ਯਾਨੀ ਕਿ ਜਿਹੜੇ ਰਿਕਸ ਨੇ ਉਹ ਵਿਹੜੇ ਵਿੱਚ ਚੰਗੇ ਲੱਗਦੇ ਹੈ ਕਿਉਂਕਿ ਉਹਨਾਂ ਨੂੰ ਛਾਂ ਹੁੰਦੀ ਹੈ। ਠੀਕ ਹੈ ਕਿ ਵਧੀਆ ਮੈਸੇਜ ਹੈ ਕਿ ਰਿਕਸ ਨੂੰ ਬਚਾਉਣਾ ਚਾਹੀਦਾ ਹੈ। ਤੇ ਦੂਜੇ ਦੇ ਟੈਕਨੀਕਲ ਗਲਤੀ ਹੈ ਵੀ ਉਹ ਆਰਾ ਇਸਤੇਮਾਲ ਕਰ ਰਿਹਾ ਹੈ, ਆਰਾ ਜਿਹੜਾ ਹੈ ਉਹ ਘਰੇ ਨਹੀਂ ਆਉਂਦਾ, ਘਰੇ ਨਾਲੀ ਹੁੰਦੀ ਹੈ ਜਾਂ ਪਾਣੀ ਹੁੰਦੀ ਹੈ। ਇੱਕ ਰਚਨਾ ਦੀ ਲਾਸ਼ ਤੇ ਕੁੜੀਆਂ ਦੀ ਬੜੀ ਮਨ ਦੀ ਬਾਤ ਹੈ, ਉਹ ਅੱਜ ਆਤਮਿਕ ਵਿਸ਼ੇ ਨਾਲ ਸੰਬੰਧਿਤ ਹੈ। ਤਰੱਕੀ ਬਹੁਤ ਕਰਦੀ ਹੈ ਪਰ ਕਦੇ ਬੈਠ ਕੇ ਸੋਚੋ ਕਵਲੇ ਹੋ ਕਿ ਤਰੱਕੀ ਦੇ ਨਾਮ ਉੱਤੇ ਅਸੀਂ ਕੀ ਕੁਝ ਦਵਾਂਗੇ। ਇਹ ਸੋਚਣ ਦੀ ਲੋੜ ਹੈ ਕਿ ਜਿਹੜੀ ਪੂੰਜੀ ਦਾ ਸਾਡੀ ਇਕੱਠੀ ਹੈ ਉਹ ਸਾਡੇ ਮਨ ਦਾ ਚੈਨ ਹੋਰ ਭਾਈ ਹੈ, ਸਾਡੇ ਤੋਂ ਬਹੁਤ ਕੁਝ ਸਾਡੇ ਰਿਸ਼ਤੇ ਹੋਰ ਭਾਈ ਹੈ। ਕਿੱਥੇ ਪਹੁੰਚਾ ਦਿੱਤਾ ਸੀ ਜਦ ਉਸ ਕੋਲ ਕੰਪਿਊਟਰ ਸਿੱਖਣ ਆਈ ਲੜਕੀ ਨੇ ਕਿਹਾ ਸੀ, ਵੀਰੇ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਤਾਂ ਉਸਨੇ ਆਪਣੀ 10ਵੀਂ ਪਾਸ ਲੁਕਾਉਂਦੇ ਨੇ ਕਿਹਾ, ਛੱਡ ਭਾਈ ਤੂੰ ਕੀ ਲੈਣਾ ਮੇਰੀ ਕੁਆਲੀਫਿਕੇਸ਼ਨ ਤੋਂ। ਪਰ ਉਹਦਾ ਜਿੱਦੀ ਪੈ ਗਈ, ਨਹੀਂ ਵੀਰੇ ਪਹਿਲਾਂ ਆਪਣੀ ਕੁਆਲੀਫਿਕੇਸ਼ਨ ਦੱਸੋ। ਉਸਨੇ ਬਹੁਤ ਸਮਝਾਇਆ ਪਰ ਉਹ ਨਾ ਮੰਨੀ। ਉਸਨੂੰ डर सी किते हट के ही ना चली जाए। इच्छा शक्ति के संपूर्ण संयोजन से अति अशक्त जीव भी शक्तिशाली को पछाड़ सकता है। एक विहड़ जंगल था जहाँ एक खूंखार शेर रहता था। दूसरे छोटे बड़े जीव अपने अपने ठिकानों में लुप्त छिप कर रहते थे, जीवन यापन करते थे, उदर पूर्ति करते थे। कुदरत भूख देती है तो मनुष्य को भूख को दूर करने के लिए आहार भी देती है, अन्यथा प्राणी के प्राण उसमें जिन्हें पहली बार है इन्होंने कोई पोस्ट हो एक मुनीर सिंह सिद्धू ते अपना बीएससी हिंदू जी है उन्होंने बढ़िया लेखन या मिनी कहानियां हिंदी में भी बता दिया बढ़िया कहानी मिनी कहानी जरूर बताऊँगा पढ़ना चाहिए कि इस तरह के बच्चा मन अटेंड कर सकते हैं। तो सुभावना है जो इस तरह लगे रहे कि आने वाले समय में वो पंजाबी की चर्चा से मिनी कहानी के तौर पर अपने धन्यवाद। इन्होंने एक जगह लिखा कि 10वीं बीते में 14 साल हो गए। 14 साल का जिक्र करने कोई तो नहीं। 10वीं के भी 14-15 साल का होगा, 16 साल का होगा, 14-20 फिर उन्होंने प्लस टू में की ग्रेजुएशन भी की। तो सवाल का कोई सवाल करने का मतलब मौका नहीं। दूसरी गल मैंने अपने मित्र का नाम याद नहीं, खुदा भेड़िया भेड़िया शब्द पंजाबी का नहीं है, बघियाड़ शब्द बहुत सुंदर है। ये बात रोहित बात ये जोड़े नुकते ने तो टिप्पणियाँ हैं ये हर जगह में निखार दिया है। मिनी कहानी ऐसे करके लेखक के सामने जुगनू दे सब। हाँ जी शुक्रिया। वैसे तो मनुखी रिश्तियां दे विच जिहड़ी भड़कन भरदी जाती हैगी है, किसी दे विश्वास नहीं रहा अज दा जो युग है, क्योंकि जो पदार्थवादी युग कारण मनुख तो दूर होंदा जा रहा है। पर तुसीं देखो कि जो उस औरत नूं पता लगता है भी जिन्होंने मिल जाती है अपने दोस्त नूं वो किसी लालाज बीमारी का मतलब शिकार हो जाता है, फिर भी वो मतलब कहती है भी मैं हैगी हाँ। मनुख बीमारी नाल फिर ही लड़ सकता है जेकर उहदे नाल लड़न वाला साथ दिंदा है। तो मैनूं इस वक्त इन्हां दी जिहड़ी हैगी है रचना वधिया लगी है। पर जब मैं पूरी कहानी पढ़ी, मैं कल पढ़ ली सी इस तरीके दे नाल ये कहानी, तो मैनूं लगता सी कुछ अगे होर भी होना चाहिए सी। नैना दी नदी बह तुरदी उसने मुंह घुमा के बस की बारी विचों बाहर देखना शुरू कर दिता। जिस चौंक विच रुक के बस होर सवारियां चढ़ा रही सी, उस चौंक विच लगे बुत दे हाथ विच फड़ी नंगी तलवार उत्ते एक ਕਾਂ ਨੂੰ ਤੁਰਦਿਆਂ देख तेरी खातर तुर जांगे नंगियां तलवारां ते गाने दा वाकंश जस्सी दे कन्नां विच गूंज उठिया।
ਤੇ ਖਾਰੇ ਪਾਣੀ ਨਾਲ ਭਰੀਆਂ ਉਸ ਦੀਆਂ ਅੱਖਾਂ ਗੁੱਸੇ ਵਿੱਚ ਬਲ ਉੱਠੀਆਂ। ਉਹ ਬੰਦਾ ਕਿਸੇ ਥਾਂ ਦਾ। ਜੱਸੀ ਨੇ ਮੂੰਹ ਵਿੱਚ ਬੁੜਬੁੜਾਉਂਦਿਆਂ ਬਾਹਰ ਥੁੱਕ ਦਿੱਤਾ। ਬੱਸ ਸਟਾਪ ਤੇ ਉਤਰਦਿਆਂ ਹੀ ਜੱਸੀ ਸਿਖਰ ਦੁਪਹਿਰ ਉਡੀਕ ਵਿੱਚ ਖੜੇ ਪਤੀ ਦੇਵ ਦੇ ਗਲ ਭੱਜ ਕੇ ਜਾ ਲੱਗੀ। ਪਤੀ ਦੇਵ ਨੇ ਉਸ ਦੇ ਅਜਿਹੇ ਵੱਖਰੇ ਪਰ ਪਿਆਰੇ ਵਿਹਾਰ ਉੱਤੇ ਹੈਰਾਨ ਹੁੰਦਿਆਂ ਹੋਇਆਂ ਵੀ ਕੋਈ ਪ੍ਰਤੀਕਰਮ ਦੇਣ ਦੀ ਥਾਂ ਉਸ ਨੂੰ ਹੋਰ ਘੁੱਟ ਕੇ ਸੀਨੇ ਲਾ ਲਿਆ। वीर गाथा, वो मेरा अस्तित्व मिटाना चाहता था। उसके लिए उसने क्या क्या नहीं किया। उसने मेरे हाथ काटने कहे पर काट ना पाया, वो बहुत झुंझला। उसने मेरे पाँव काटने कहे पर काट ना पाया, वो और भी ज़्यादा झुंझला। हर कोशिश में नाकाम होने के बाद उसने आखिरी चाल चली, उसने मुझे जिंदा दफना दिया। मुझे दफनाकर भी बहुत खुश हुआ, लेकिन मैं उससे भी ज़्यादा खुश हुआ। उसे लगता था कि मैं सांस घुटने से मर जाऊंगा, लेकिन मैं जानता था कि मैं अब सांस सुख का सांस ले पाऊंगा। उसे लगा था कि वो जीत गया है, लेकिन मुझे पता था कि वो हार गया, क्योंकि वो भूल गया था कि मैं एक बीज हूँ। सानू हुण पूरी चिंता सी कि पता नहीं किन्ने पैसे मंग बैठे, जिन्ने मंगू उन्ने देने पैणगे, नहीं तो यह कहो तुसीं गरीब नाल धक्का करदे हो। चलो मैं आख्या भाई बहो, नाले आपां चाह पीने हैं, नाले तुसीं आपदे पैसे दो। मैं रसोई च घरवाली कोल चला गया, हौली जे उसनूं पुछया बई तेरे हिसाब नाल किन्ने पैसे होने चाहिए इन्हां दे। हिसाब जा ला के कहंदी ये 2 जने अंदाजा 4 दिन लग गए। मैं टोक के कहा ये लेट फेट भी काम करते रहे हैं, वो भी पिछे ला ली। कहती चलो जेकर दिहाड़ी के हिसाब नाल भी सोचिए, दोने जने जेकर हम 3000 रुपया लै लैन तो ठीक है। मैं सोचा ये वध लो, इन्हों का दिहाड़ी का कोई हिसाब किताब नहीं होता। मन च सोचा जे लैके भी खड़ा छड़ देना तो चंगी गल। असीं अक्सर पहला आपका अंदाजा ला लेंगे। जो चाह पी के असीं दोने जीआं ने उहदे कोल जाके पैसे पुछे, कहना किन्ने मर्जी दे दे। घर वाली इशारे नाल कहनी दे दो 3000। मैं इशारे में अनदेखा करके फिर प्लंबर को कहा कि तू इन्नी गल कह के मेरा मन खुश करता यार। मैं मन सोचा भी जे 3000 दे देते तो इन्हें होर मंग ली, फिर की रही तू अपनी। ये तो इन्हें चाह पानी पी करके अपनी इज्जत की रख। उन्हें दसन लगे ने काफ़ी टाइम लगा। मैनू लग्या जेड़ा इन्ना सोची जाता है उन्हें पैसे पहले दसो। हाँ भी 10 वेले मैं कहा, कहना देखो जी काम का थोड़ा पता ही है। मैं फिर कर गया तो काम तो थोड़ा जिहा औखा ही सी। मैं क्या 10,000 जिन्हें कहेगा उन्नी दे देंगे, आप तेन घट नहीं कहने। ये मैं इसलिए कहा भी कितने बंद ना दस दे बई ये घटाउणगे जी। अखीर सोच के कहना जी 2600 दे दें। मैं कहा आ 2600 रुपया आप तो जिन्हें कोई मंगता उन्नी दे दें, मगरों 200 रुपया मगरों 200 रुपया होर दे के कहा आ तेरा इनाम। काम वाला देख के जी तो 400 होर देने को करता सी, पर मेरे मन च आया कि आए ना सोच ले भी मैं पैसे घट मंगता। 200 रुपये लैके वो इन्ना खुश होया, कहना अज तक लोग पैसे घटाते रखे है, पर जिन्हें पैसे मंगे उन्हें दे के नाल 200 का इनाम। ये तो तुसीं पहले बंदे हो इन्हें दिता। हुण अज भी किसी काम के पैसे वो मंग के नहीं लेना, कह दिंदा जो मर्जी है दे दो, अते जो असीं दिंदे हैं उन्हें लै भी ले। हुण तां सानूं ये चिंता बनी रहिंदी है भी किते घट ना दे बैठीए। हो सकदा असीं उहदे मंगण तो हमेशा वध ही दिंदे होईए। धन्नवाद। देखा नहीं लिख के लिया इसलिए कि पैसे डूब रहे थे, पर मैं लगता है मैं जो सुने आया वो इन्हों की गल सुनाई है अपने घर की भी इन्ना अजे प्लंबर पहला आया तो फिर दूजी बारी आया फिर कि आया भी बिचों ये उस तरह नहीं बोलते रहे कि साढ़े मुंडे का अंदाज होता है। चलो मैं अपनी पत्नी को चला गया, चलो इन्हें दे देनी है आप ये कर देनी है, पर वो सारी कोई गल नहीं है। इस लंबी कहानी बनने की संभावना पूरी हैगी है, क्योंकि उसको वधिया तरीके के नाल इनू संजम जी अपना गल कर रहे हैं। मैं कहना कि भी
ਇਹਦਾ ਗਠਨ ਕਰਕੇ ਬੜੀ ਸੰਗਠਿਤ ਵੀ ਤੁਸੀਂ ਇਹਦੇ ਵਿੱਚ ਗੱਲ ਕਰਕੇ ਆਪਣੀ ਗੱਲ ਕਹਿ ਸਕਦੇ ਹੋ ਜੋ ਤੁਸੀਂ ਕਨਵੇ ਕਰਨਾ ਚਾਹੁੰਦੇ ਹੋ। ਜੇ ਆਪਾਂ ਇਹ 40 ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਵੀ ਜੇ ਮੈਂ ਪ੍ਰਭਾਕਰ ਸਾਹਿਬ ਦੀ ਮਿੰਨੀ ਕਹਾਣੀ ਦੀ ਗੱਲ ਕਰਾਂ, ਜਿਹੜੀ ਗੱਲ ਉਹਨਾਂ ਨੇ ਸਵੇਰੇ ਆਪਣੇ ਸ਼ੁਰੂਆਤ ਵਿੱਚ ਉਹ ਕਹੀ ਸੀਗੀ ਚਾਵਲਾ ਸਾਹਿਬ ਬਾਰੇ ਵੀ ਚਾਵਲਾ ਸਾਹਿਬ ਦੀਆਂ ਘਟਨਾਵਾਂ ਦੇ ਨਾਲ ਨਹੀਂ ਨੇ, ਵਿਚਾਰਾਂ ਦੇ ਨਾਲ ਨੇ। ਇਹ ਗੱਲ ਸਹੀ ਹੈ, ਇਹ ਘਟਨਾਵਾਂ ਸਾਡੇ ਕੋਲ ਬਹੁਤ ਹੁੰਦੀਆਂ ਨੇ। ਜਿਵੇਂ ਆਪਾਂ ਕਹਿੰਦੇ ਕਲੰਬਰ ਘਟਨਾ ਹੈਗੀ ਸੀ, ਇਹਨਾਂ ਨਾਲ ਘਟਨਾ ਵਾਪਰੀ ਹੈ, ਇਹਨਾਂ ਦੀ ਆਪਣੀ ਨਿੱਜੀ ਘਟਨਾ ਹੈਗੀ ਹੈ। ਪਰ ਅਸੀਂ ਹੁਣ ਇਹਦੇ ਵਿੱਚੋਂ ਦੀ ਕੀ ਕਹਿਣਾ ਹੈਗਾ, ਉਹਨੂੰ ਆਪਾਂ ਆਪਣਾ ਕੀ ਵਿਚਾਰ ਵੀ ਆਪਾਂ ਕਹਿੰਦੇ ਲੇਖਕ ਜਿਹੜਾ ਹੈਗਾ ਉਹ ਇੱਕ ਆਪਣਾ ਵਿਚਾਰ ਦੇਣਾ ਚਾਹੁੰਦਾ, ਉਹਦਾ ਮੰਤਵ ਹੈ ਇਹ ਘਟਨਾ ਤੁਸੀਂ ਕਿਉਂ ਸੁਣਾਉਣਾ ਚਾਹੁੰਦੇ ਹੋ। ਇਹ ਗੱਲ ਮਨ 'ਚ ਰੱਖ ਕੇ ਤੁਸੀਂ ਇਸ ਨੂੰ ਮਿੰਨੀ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰੋ। ਪ੍ਰਭਾਕਰ ਸਾਹਿਬ ਨੇ ਮਤਲਬ ਕਿ ਜਿਹੜੀ ਰਚਨਾ ਹੈਗੀ ਹੈ ਉਹ ਵਿਚਾਰ ਕਰਨੀ ਸ਼ੁਰੂਆਤ ਦੇ ਵਿੱਚ ਹੈ। ਕੋਈ ਕਹਿ ਸਕਦਾ ਕਿ ਉਹਦੇ ਹੱਥ ਕੱਟ ਕੇ ਫਿਰ ਤਾਂ ਮਿੰਨੀ ਕਹਾਣੀ ਦੇ ਅਲੱਗ-ਅਲੱਗ ਪੱਖ ਹੁੰਦੇ, ਵਿਚਾਰ ਹੈ ਇਹ ਕੋਈ ਪੇਸ਼ਕਾਰੀ ਹੈ, ਵਿਚਾਰ ਤੁਹਾਡੇ ਮਨ 'ਚ ਆਉਂਦਾ ਹੈ, ਫਿਰ ਅਸੀਂ ਉਹਦੇ ਆਲੇ ਦੁਆਲੇ ਇੱਕ ਘਟਨਾ ਬੁਣਦੇ ਵੀ ਹੈ। ਸਾਡੇ ਕੋਲ ਘਟਨਾਵਾਂ ਹੁੰਦੀਆਂ ਨੇ, ਅਸੀਂ ਉਹਨਾਂ ਦੇ ਵਿੱਚੋਂ ਵੀ ਆਪਣਾ ਵਿਚਾਰ ਲਿਆ ਸਕਦੇ ਹਾਂ। ਇਹਨਾਂ ਦੀਆਂ ਜਿਹੜੀਆਂ ਮਿੰਨੀ ਕਹਾਣੀਆਂ ਦੀ ਲਘੂ ਕਥਾਵਾਂ ਨੇ ਉਹ ਇਹਨਾਂ ਨੇ ਹਟ ਕੇ ਲਿਖੀਆਂ 20 ਤੋਂ ਉੱਪਰ। ਆਮ ਤੌਰ 'ਤੇ ਪੰਜਾਬੀ ਮਿੰਨੀ ਕਹਾਣੀ ਵਿੱਚ ਪਿੱਛੇ ਸਾਡੀਆਂ ਕੋਸ਼ਿਸ਼ਾਂ ਕੀਤਾਂ ਨੂੰ ਉੱਭਰ ਕੇ ਦਿਖਾਉਂਦੀ ਹੈ ਕਿ ਗੈਰ ਮਾਮੂਲੀ ਪਾਤਰਾਂ ਤੋਂ ਪ੍ਰੇਰਿਤ ਕਰਨਾ ਚਾਹੀਦਾ, ਪਰ ਤਾਂ ਵੀ ਕਈ ਵਾਰ ਆਪਾਂ ਕੋਈ ਵੀ ਰਿਕਾਰਡ ਫਾਟ ਹੋਣੀ ਹੈ ਇਹ ਰੂਪ ਦੇਗਾ। ਕਈ ਵਾਰ ਆਪਾਂ ਉਸ ਤੋਂ ਕੋਈ ਪ੍ਰਯੋਗ ਦੇ ਤੌਰ 'ਤੇ ਕੋਈ ਨਵੀਂ ਤਰੀਕੇ ਦੇ ਨਾਲ ਵੀ ਨਵੇਂ ਢੰਗ ਨਾਲ ਪੇਸ਼ਕਾਰੀ ਕਰਦੇ ਹਾਂ। ਉਹ ਲੋਕ ਭਾਗਾਂ ਜਿਹਨਾਂ ਨੇ ਦੇਖਣਾ ਕਿੰਨੀ ਲੱਗੀ ਬਣਾਵਾਂ ਮਿੰਨੀ ਕਹਾਣੀਆਂ ਪੜ੍ਹੀਆਂ ਨੇ, ਉਹਨਾਂ ਵਿੱਚ ਇਹਨਾਂ ਦੀ ਇਹ ਕਿ ਇਹਨਾਂ ਦੀ ਜਿਹੜੀ ਸਾਰੀਆਂ ਮਿੰਨੀ ਕਹਾਣੀਆਂ ਵਿਸ਼ੇ ਪੱਖੋਂ ਅਤੇ ਪਾਤਰ ਸਾਜੀ ਪੱਖੋਂ ਉਹ ਹਟਵੀਆਂ ਹੁੰਦੀਆਂ।